A very sweet morning to all of you students. How are you? I hope all are you fine. So today we will discuss the concept of chapter 2, that's a theory base of accounting. So in theory base of accounting, firstly we will discuss the concept of principles, assumptions, and so first point is that is a going concern assumptions. So in these assumptions, business life continue to exist and carry on operation for long period in future. So इन दिस assumption we can say about जो business की life है बेटा वो long period के लिए चलती है, not for short period, it is for the long period. कि जो business के अंदर हम work करना चाह रहे हैं it is for the long period, not for short period, because assets are to be classified on two bases. One is current asset as well as non-current asset. Same as liabilities are classified two parts. One is current liability and second one is non-current liability. Second assumption consistency, ਕਿ ਬਿਜ਼ਨਸ ਦੇ ਵਿੱਚ ਬੇਟਾ ਕੰਸਿਸਟੈਂਸੀ ਰਹਿਣਾ ਬਹੁਤ ਜ਼ਰੂਰੀ ਹੈ ਕਿ ਆਪਾਂ ਕੋਈ ਵੀ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਪਏ ਇੱਕ ਕੰਸਿਸਟੈਂਟ ਵੇ ਨਾ ਕਰੀਏ, ਕਿਉਂਕਿ ਸਾਨੂੰ ਅਕਾਊਂਟਸ ਦੇ ਵਿੱਚ ਡਿਫਰੈਂਟ ਮੈਥਡਸ ਹੁੰਦੇ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਦੇ। ਡੈਪਰੀਸੀਏਸ਼ਨ ਆਪਾਂ ਕੰਪਿਊਟ ਕਰਦੇ, ਡੈਪਰੀਸੀਏਸ਼ਨ ਐਕਸਪੈਂਸ ਹੈ ਐਸੈਟਸ ਦੇ ਉੱਪਰ, ਉਹਨੂੰ ਰਿਕਾਰਡ ਕਰਨ ਲਈ ਦੋ ਮੈਥਡਸ ਹੈ, ਵੈਸੇ ਹੁੰਦੇ ਡਿਫਰੈਂਟ ਮੈਥਡਸ ਹੈ ਪਰ ਆਪਣੀ ਬੁੱਕ ਦੇ ਵਿੱਚ ਦੋ ਮੈਥਡਸ ਹੁੰਦੇ, ਸਟੇਟ ਲਾਈਨ, ਡਿਮਿਨਿਸ਼ਿੰਗ ਮੈਥਡ। ਸੋ ਕਹਿਣ ਦਾ ਮਤਲਬ ਕਿ ਜਿਹੜੀ ਕੰਸਿਸਟੈਂਸੀ ਬਣੀ ਜਾਵੇ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ 'ਚ, ਕਿ ਐਂਟਰਪ੍ਰਾਈਜ਼ ਦਾ ਜਿਹੜਾ ਰਿਜ਼ਲਟ ਹੈ ਪ੍ਰੋਪਰ ਸੇਮ ਆਵੇ। Then ਉਸ ਤੋਂ ਬਾਅਦ accrual assumption, third assumption accrual assumption. So in this assumptions transactions events when recognized whether or not cash actually received or paid. ਕਹਿਣ ਦਾ ਮਤਲਬ ਬੇਟਾ ਇਹ ਟ੍ਰਾਂਜੈਕਸ਼ਨ ਜਿਹੜੀਆਂ ਆਪਾਂ ਰੈਕੋਗਨਾਈਜ਼ ਹੋਈਆਂ ਉਹਨੂੰ ਉਸੇ ਵੇਲੇ ਹੀ ਰਿਸੀਵ ਕਰ ਦਿੱਤਾ ਜਾਵੇ ਕੈਸ਼ ਵਿੱਚ, ਇਹ ਨਹੀਂ ਕਿ ਥੋੜੀ ਦੇਰ ਬਾਅਦ ਉਹਨੂੰ ਟ੍ਰਾਂਜੈਕਸ਼ਨ ਨੂੰ ਆਪਾਂ ਰੈਕੋਗਨਾਈਜ਼ ਕਰਾਂਗੇ, ਰੀਅਲਾਈਜ਼ ਕਰਾਂਗੇ। ਵੈਨ ਟ੍ਰਾਂਜੈਕਸ਼ਨਸ ਦੀ ਜਦੋਂ ਟ੍ਰਾਂਜੈਕਸ਼ਨ ਇਨਸੀਡੈਂਟ ਕੋਈ ਅਕਰ ਹੋਇਆ ਵਾ, ਕੋਈ ਇਵੈਂਟ ਹੋਇਆ ਵਾ, ਉਸੇ ਵੇਲੇ ਹੀ ਉਹਨੂੰ ਕਰ ਲਿੱਤਾ ਜਾਵੇ, ਅਦਰਵਾਈਜ਼ ਉਹਨੂੰ ਰਿਕਾਰਡ ਇਹ ਨਾ ਹੋਵੇ ਲੇਟਰ ਔਨ ਕੀਤਾ ਜਾਵੇ। ਸੋ ਕਹਿਣ ਦਾ ਮਤਲਬ ਆਲ ਐਕਸਪੈਂਸਿਸ ਐਂਡ ਇਨਕਮ ਰਿਲੇਟਿੰਗ ਟੂ ਦਾ ਅਕਾਊਂਟਿੰਗ ਪੀਰੀਅਡ, ਚਾਹੇ ਉਹ ਕੈਸ਼ ਡਿਸਟਰਬਡ ਹੋਣ, ਰਿਸੀਵਡ ਹੋਣ, ਉਹਨੂੰ ਉਸੇ ਵੇਲੇ ਰਿਕਾਰਡ ਕਰ ਲਿੱਤਾ ਜਾਵੇ। ਸੋ ਬਿਜ਼ਨਸ ਐਂਟੀਟੀ ਕੰਸੈਪਟ, ਫਸਟ ਕੰਸੈਪਟ ਕਿ ਬਿਜ਼ਨਸ ਜਿਹੜਾ ਬੇਟਾ ਡਿਫਰੈਂਟ ਬਿਜ਼ਨਸਮੈਨ ਬਿਜ਼ਨਸ ਦੇ ਆਪਣੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦਾ ਬਿਜ਼ਨਸ ਬੁੱਕ ਦੇ ਵਿੱਚ। ਕਹਿਣ ਦਾ ਮਤਲਬ ਜਿਹੜਾ ਵਾ ਕਿ ਯੂਨਿਟ ਔਰ ਆਈਡੈਂਟੀਫਾਈ ਡਿਫਰੈਂਟ ਫਰੋਮ ਓਨਰ, ਕਿ ਜਿਹੜਾ ਬਿਜ਼ਨਸ ਵਾ ਉਹ ਅਲੱਗ ਵਾ ਓਨਰ ਤੋਂ, ਕੀ ਇਹ ਵੱਖਰਾ ਵਾ, ਬਿਜ਼ਨਸ ਵੱਖਰਾ ਵਾ। ਜਿਹੜਾ ਬਿਜ਼ਨਸਮੈਨ ਆ ਆਪਣੀ ਬੁੱਕਸ ਦੇ ਵਿੱਚ ਬਿਜ਼ਨਸ ਦੀ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦਾ ਹੈ। ਸੇਮ ਬਿਜ਼ਨਸ ਦੇ ਵਿੱਚ ਇੱਕ ਤਰ੍ਹਾਂ ਕ੍ਰੈਡਿਟ ਟ੍ਰੀਟ ਕੀਤਾ ਜਾਂਦਾ ਹੈ। ਕ੍ਰੈਡਿਟ ਦਾ ਲਿੰਕ ਸੀਗਾ ਕਿ ਕੋਈ ਆਪਾਂ ਗੁੱਡਸ ਵਗੈਰਾ ਖਰੀਦੀਆਂ, ਉਹਨੂੰ ਬਾਹਰੋਂ ਉਹਦਾ ਦੀ ਪੇਮੈਂਟ ਵਗੈਰਾ ਕਰਨੀ ਹੈਗੀ, ਉਹਨੂੰ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹੈਗੇ। ਦੈਨ ਇਸ ਤੋਂ ਬਾਅਦ ਸੈਕਿੰਡ ਆ ਗਿਆ ਮਨੀ ਮੇਜਰਮੈਂਟ ਕੰਸੈਪਟ। ਮਨੀ ਮੇਜਰਮੈਂਟ ਕੰਸੈਪਟ ਕੀ ਕਹਿੰਦਾ ਸੀ ਕਿ ਬਿਜ਼ਨਸ ਜਿਹੜੀਆਂ ਟ੍ਰਾਂਜੈਕਸ਼ਨਸ ਮੇਜਰ ਕਰਦੇ ਆ, ਸੈਟਲ ਕਰਦੇ, ਉਹ ਸਾਰੀ ਦੀ ਸਾਰੀ ਕਿੱਥੇ ਹੋਣੀ ਚਾਹੀਦੀ ਮੋਨੇਟਰੀ ਟਰਮਸ, ਕਿ ਜੋ ਵੀ ट्रांजेक्शन चाहे वो अपना कॉमन डिनोमिनेटर वाला रखना। कॉमन डिनोमिनेटर का मतलब हो गया चाहे रुपीज हो चाहे डॉलर, किसी भी ट्रांजेक्शन जो रिफॉर्म करो ਉਹਦਾ ਇੱਕ ਰਿਕਾਰਡ ਰੱਖਣਾ ਮੋਨੇਟਰੀ ਟਰਮ। ਸਪੋਜ਼ ਮੇਰਾ ਕੋਈ ਬਿਜ਼ਨਸ ਹੈ, ਆਪਾਂ ਬਿਜ਼ਨਸ ਦੀ ਗੱਲ ਕਰਦੇ, ਆਪਣਾ ਕੋਈ ਰੈਡੀਮੇਡ ਬਿਜ਼ਨਸ ਹੈ, ਗਾਰਮੈਂਟ ਦਾ ਬਿਜ਼ਨਸ ਹੈ, ਉਹਦੇ ਵਿੱਚ ਆਪਾਂ ਕੋਈ ਫਰਨੀਚਰ ਪਰਚੇਸ ਕੀਤਾ, ਕੁਝ ਵੀ ਕੋਈ ਮਸ਼ੀਨਰੀ ਵਗੈਰਾ ਖਰੀਦੀ, ਉਹਦੀ ਵੈਲਿਊ ਹੈ, ਚਾਹੇ ਉਹ 10,000 ਹੋਵੇ, ਚਾਹੇ 1 ਲੱਖ ਹੋਵੇ, ਚਾਹੇ 80,000 ਹੋਵੇ, whatever value is to be recorded in the books, that's a money measurement concept. Next one is accounting period concept. ਬੇਟਾ ਤੁਹਾਨੂੰ ਮੈਂ ਹੁਣੇ ਕਲਾਸ ਵਿੱਚ ਦੱਸਿਆ ਸੀ accounting period concept, that is for normally 1 year which start from April and end from the 31st March. Generally the period is called accounting period. In this period we have to record the certain business transactions. Certain business transaction ਨੂੰ ਰਿਕਾਰਡ ਕਰਦੇ ਵੈਸੇ ਇਸ 12 ਮੰਥ ਦੇ ਵਿੱਚ ਕਿੰਨਾ ਰੈਵਨਿਊ ਹੋਇਆ, ਕਿੰਨਾ ਐਕਸਪੈਂਸ ਹੋਇਆ ਉਸ ਪੀਰੀਅਡ ਦੇ ਵਿੱਚ, ਉਹਦਾ ਫਾਈਨੈਂਸ਼ੀਅਲ ਸਟੇਟਮੈਂਟ ਤੇ ਡਿਸਕਲੋਜ਼ ਕਰਦੇ, ਇਫੈਕਟ ਭਰਦੇ ਕੀ ਪਿਆ, ਦੈਟਸ ਏ ਅਕਾਊਂਟਿੰਗ ਪੀਰੀਅਡ ਕਨਸੈਪਟ। ਨੈਕਸਟ ਵਨ ਇਜ਼ ਕੋਸਟ ਕੰਸੈਪਟ। ਕੋਸਟ ਕੰਸੈਪਟ ਕਿ ਜਿਹੜੀ ਆਪਾਂ ਕੋਈ ਐਸੈਟ ਕੁਝ ਵੀ ਰਿਕਾਰਡ ਕੀਤੀ ਹੈ, ਉਹਦੀ ਐਕਚੁਅਲ ਚ ਕੋਸਟ ਵੈਲਿਊ ਕਿੰਨੀ ਹੈ ਜਿਹਨੂੰ ਉਹਨੂੰ ਆਪਾਂ ਐਕਵਾਇਰ ਕੀਤਾ। ਵਟ ਐਵਰ ਦਾ ਕੋਸਟ ਪ੍ਰਾਈਸ whichever is acquired that is to be recorded in the books of account. ਕਹਿਣ ਦਾ ਮਤਲਬ ਬੇਟਾ ਜਿਹੜੀ ਆਪਾਂ ਕੋਈ ਵੀ ਐਸੈਟ ਵਗੈਰਾ ਪਰਚੇਸ ਕੀ ਹੈ ਉਹਨੂੰ ਉਹ ਬੁੱਕ ਵੈਲਿਊ ਤੇ ਰਿਕਾਰਡ ਕਰਨਾ ਜਿੱਤੇ ਅਸੀਂ ਐਕਵਾਇਰ ਕੀਤਾ, ਨਾ ਕਿ ਉਹਦੀ ਜਿਹੜੀ ਵੈਲਿਊ ਅੱਜ ਚੱਲ ਰਹੀ ਹੈ, ਜਿਹੜੀ ਅੱਜ ਵੈਲਿਊ ਰਿਫਲੈਕਟ ਹੋ ਰਹੀ ਹੈ ਮਾਰਕੀਟ ਵੈਲਿਊ, ਉਹ ਤੇ ਰਿਕਾਰਡ ਨਹੀਂ ਕਰਨਾ। ਨੈਕਸਟ ਵਨ ਇਜ਼ ਡੂਅਲ ਐਸਪੈਕਟ ਕੰਸੈਪਟ। ਕਿਹੜਾ ਕੰਸੈਪਟ? ਡੂਅਲ ਐਸਪੈਕਟ, ਜਿਹਦੇ ਵਿੱਚ ਬੇਟਾ ਆਪਾਂ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਹਾਂ। ਟ੍ਰਾਂਜੈਕਸ਼ਨ ਰਿਕਾਰਡ ਕਰਨ ਦਾ ਮਤਲਬ ਹੋ ਗਿਆ ਐਵਰੀ ਡੈਬਿਟ ਇਜ਼ ਇਕੁਅਲ ਟੂ ਐਵਰੀ ਕ੍ਰੈਡਿਟ, ਕਿ ਦੋ ਐਸਪੈਕਟ ਹੁੰਦੇ ਆ, ਡੈਬਿਟ ਇਕੁਅਲ ਕਿਤੇ ਹੋਣਾ ਚਾਹੀਦਾ ਕ੍ਰੈਡਿਟ ਦੇ ਵਿੱਚ, ਕਿ ਹਰ ਟ੍ਰਾਂਜੈਕਸ਼ਨ ਦੋ ਸਾਈਡਸ ਤੇ ਹੁੰਦੀਆਂ, ਡੈਬਿਟ। ਸੋ ਕਹਿਣ ਦਾ ਮਤਲਬ ਟੋਟਲ ਓਨਰ ਇਕੁਇਟੀ ਇਜ਼ ਇਕੁਅਲ ਟੂ ਆਊਟਸਾਈਡ ਲਾਇਬਿਲਿਟੀ, ਵਨ ਫਾਰਮੂਲਾ ਇਜ਼ ਟੂ ਬੀ देयर, दैट इज एसेट माइनस लायबिलिटी इज इक्वल टू कैपिटल। नेक्स्ट वन प्रिंसिपल, दैट्स ए रियलाइजेशन कंसेप्ट, कि रियलाइज व्हेन रेवेन्यू इज टू बी रिकॉग्नाइज्ड, कि ਆਪਾਂ ਕੋਈ ट्रांजैक्शन
ਕੀਤੀ, ਕੋਈ ਗੁੱਡਸ ਦੀ ਸੇਲ ਕੀਤੀ ਹੈ, ਰੈਵਨਿਊ ਨੂੰ ਆਪਾਂ ਉਸੇ ਵੇਲੇ ਰੈਕੋਗਨਾਈਜ਼ ਕਰ ਲੈਣਾ ਜਦੋਂ ਅਸੀਂ ਉਹਨੂੰ ਗੁੱਡਸ ਨੂੰ ਕੀ ਕੀਤਾ, ਸੇਲ ਕੀਤਾ, ਉਸੇ ਵੇਲੇ ਰੀਅਲਾਈਜ਼ ਕਰ ਲੈਣਾ, ਚਾਹੇ ਉਹ ਕੈਸ਼ ਦੀ ਹੋਵੇ ਚਾਹੇ ਉਹ ਕ੍ਰੈਡਿਟ ਦੀ ਹੋਵੇ, ਜਦੋਂ ਉਹਨੂੰ ਟ੍ਰਾਂਜੈਕਸ਼ਨ ਕੀਤੀ ਉਹਨੂੰ ਉਸੇ ਵੇਲੇ ਬੁੱਕਸ ਦੇ ਵਿੱਚ ਰਿਕਾਰਡ ਕੀਤਾ ਜਾਵੇ। ਦੈਟ ਪ੍ਰਿੰਸੀਪਲ ਰੀਅਲਾਈਜੇਸ਼ਨ ਕਨਸੈਪਟ। ਸੋ ਕਹਿਣ ਦਾ ਮਤਲਬ ਕਿ ਡਿਊਰਿੰਗ ਦਾ ਬਿਜ਼ਨਸ ਦੇ ਵਿੱਚ ਕਿੰਨੀਆਂ ਟ੍ਰਾਂਜੈਕਸ਼ਨਸ ਹੋਈਆਂ, ਉਹ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨਾ, ਚਾਹੇ ਉਹ ਕੈਸ਼, ਚਾਹੇ ਉਹ ਕ੍ਰੈਡਿਟ, ਚਾਹੇ ਉਹ 'ਚੋਂ ਸਾਡੇ ਬੈਡ ਡੈਬਟ ਹੋਣ ਦੇ ਚਾਂਸਿਸ ਹੋ, ਪਰ ਆਪਾਂ ਟੋਟਲ ਸੇਲ ਦੇ ਵਾਸਤੇ, ਟੋਟਲ ਪਰਚੇਜ਼ ਦੇ ਵਾਸਤੇ ਉਹਨੂੰ ਆਪਾਂ ਕੀ ਕਰਾਂਗੇ, ਰਿਕਾਰਡ ਕਰਾਂਗੇ। ਸੋ ਨੈਕਸਟ ਵਨ ਇਜ਼ ਮੈਚਿੰਗ ਕੰਸੈਪਟ। ਮੈਚਿੰਗ ਕੰਸੈਪਟ ਬੇਟਾ ਕੀ ਕਹਿੰਦਾ ਕਿ ਐਵਰੀ accounting period profit ਹੁੰਦਾ है, performance check। so matching concept से all expenses should be matched with the revenue of the particular time period under which the expenses should be matched with the particular expense। so ਕਹਿਣ ਦਾ ਮਤਲਬ ਬੇਟਾ during the year ਤੁਹਾਨੂੰ ਕਿੰਨੇ expense ਹੋਏ, ਕਿੰਨਾ revenue ਹੋਇਆ, ਉਸ expense ਨੂੰ ਆਪਣੇ expenses ਨੂੰ ਆਪਣੇ revenue ਦੇ ਨਾਲ ਮੈਚ ਕਰੋ। expenses ਨੂੰ revenue ਦੇ ਨਾਲ ਮੈਚ ਕਰਕੇ ਦੇਖੋ ਤੁਹਾਡੇ ਬਿਜ਼ਨਸ ਦੇ ਵਿੱਚ ਟੋਟਲ ਵੈਲਿਊ ਕਿੰਨੀ ਰਿਫਲੈਕਟ ਹੋ ਰਹੀ ਹੈ, ਕਿ ਮੈਂ ਬਿਜ਼ਨਸ ਦੇ ਵਿੱਚ ਕਿੰਨੇ ਐਕਸਪੈਂਸਿਸ ਕੀਤੇ ਡਿਊਰਿੰਗ दैट, ਕੋਈ ਪਰਚੇਜ਼ ਕੀਤੀ, ਕੋਈ ਸੇਲ ਕੀਤੀ, ਕੋਈ ਰੈਂਟ ਵਗੈਰਾ ਪੇ ਕੀਤਾ, ਕੋਈ ਸਟੇਸ਼ਨਰੀ ਪੇ ਕੀਤਾ, ਕੁਝ ਸਰਟਨ ਐਕਸਪੈਂਸਿਸ ਜਿਹੜੇ ਆ ਇਨਕਰਡ ਹੋਏ ਡਿਊਰਿੰਗ ਦਾ ਈਅਰ, ਉਹ ਸਰਟਨ ਐਕਸਪੈਂਸਿਸ ਨੂੰ ਚੈੱਕ ਕਰਨਾ ਆਪਣੇ ਰੈਵਨਿਊ ਨਾਲ। ਇਹ ਨਾ ਹੋਵੇ ਤੁਹਾਡਾ ਰੈਵਨਿਊ ਘਟ ਜਾਵੇ ਤੇ ਆਪਣੇ ਐਕਸਪੈਂਸਿਸ ਕੀ ਹੋ ਜਾਣ, ਜ਼ਿਆਦਾ ਹੋ ਜਾਣ। ਸੋ ਕਹਿਣ ਦਾ ਮਤਲਬ ਉਸ ਰੈਵਨਿਊ ਨੂੰ ਐਕਸਪੈਂਸ ਦੇ ਨਾਲ ਪਰਟੀਕੁਲਰ ਟਾਈਮ ਪੀਰੀਅਡ ਵਾਸਤੇ ਰਿਕਾਰਡ ਕਰਨਾ ਕਿ ਜਿਹੜਾ ਬਿਜ਼ਨਸ ਦੀ ਟ੍ਰਾਂਜੈਕਸ਼ਨ ਦੇ ਉੱਪਰ ਕੀ ਹੈ ਇਫੈਕਟ ਪੈਂਦਾ ਰਵੇ, ਕਿ ਟ੍ਰਾਂਜੈਕਸ਼ਨ ਨੂੰ ਆਪਾਂ ਪ੍ਰੋਪਰਲੀ ਕੀ ਕਰਦੇ ਪਏ ਬੇਟਾ, ਰਿਕਾਰਡ ਕਰਦੇ ਪਏ। ਸੋ ਕਹਿਣ ਦਾ ਮਤਲਬ ਮੈਚਿੰਗ, ਮੈਚ ਕਰਨਾ ਆਪਣੇ ਐਕਸਪੈਂਸ ਨੂੰ ਆਪਣੇ ਲਾਸ ਦੇ ਨਾਲ ਮੈਚ ਕਰਨਾ। ਨੈਕਸਟ ਵਨ ਇਜ਼ ਸਟੇਬਲ ਮੋਨੇਟਰੀ ਯੂਨਿਟ ਕੰਸੈਪਟ, ਕਿ ਪਰਚੇਜ਼ਿੰਗ ਪਾਵਰ ਕਿੰਨੀ ਹੈ ਰੁਪੀਸ ਦੀ, ਕਿ ਜਿਹੜੀਆਂ ਆਪਾਂ ਗੁੱਡਸ ਵਗੈਰਾ ਪਰਚੇਜ਼ ਕਰਦੇ ਪਏ ਹਾਂ ਉਹਦੀ ਵੈਲਿਊ ਕਿੰਨੀ ਹੈ, ਕਿੰਨੇ ਦੀ ਗੁੱਡਸ ਆ ਸਕਦੀਆਂ, ਉਹਨੂੰ ਰਿਕਾਰਡ ਕਰਨਾ, ਉਹਦੀ ਮਨੀ ਦੀ ਵੈਲਿਊ ਚੈੱਕ ਕਰਨੀ, ਮਨੀ ਦੀ ਵੈਲਿਊ ਨੂੰ ਦੇਖਣਾ। ਕਹਿੰਦਾ ਫੋਰ ਐਗਜ਼ਾਮਪਲ ਕੋਈ ਵੀ ਆਪਾਂ ਲੈਂਡ ਵਗੈਰਾ ਪਰਚੇਜ਼ ਕੀਤੀ, ਉਹਦੀ ਵੈਲਿਊ 10,000 ਹੈ, ਉਹਦੀ ਐਕਚੁਅਲ 'ਚ ਵੈਲਿਊ ਦੇਖਣੀ ਹੈ, ਸੇਮ ਪੀਸ ਆਫ ਲੈਂਡ ਕਰੰਟ ਈਅਰ ਦੇ ਵਿੱਚ ਕਿੰਨੀ ਵੈਲਿਊ ਰਹੂਗੀ, ਉਹ ਕਰੰਟ ਈਅਰ ਦੀ ਵੈਲਿਊ ਨੂੰ ਰਿਫਲੈਕਟ ਕਰਨਾ। That's a stable monetary unit concept. Then next one is accounting conventions. ਕਿਹੜੀ accounting conventions? Full disclosure. Full disclosure ਕੀ conventions ਕਹਿੰਦੀ ਹੈ ਕਿ ਬਿਜ਼ਨਸ ਦੇ ਵਿੱਚ ਜੋ ਵੀ ਸਾਨੂੰ ਸਟੇਟਮੈਂਟ ਹੈ, ਚਾਹੇ ਉਹ ਮਟੀਰੀਅਲਿਟਿਕ ਚਾਹੇ ਨਾਨ ਮਟੀਰੀਅਲਿਟਿਕ, ਉਹਨੂੰ ਪ੍ਰੋਪਰਲੀ ਰਿਫਲੈਕਟ ਕੀਤਾ ਜਾਵੇ ਕਿ ਜਿਹੜਾ ਸਟੇਕ ਹੋਲਡਰ, ਸ਼ੇਅਰ ਹੋਲਡਰ, ਕ੍ਰੈਡੀਟਰ, ਬੈਂਕਰ ਸਾਰਿਆਂ ਵਾਸਤੇ ਉਹ ਕੀ ਹੋਣੀ ਚਾਹੀਦੀ, ਡਿਸਕਲੋਜ਼ ਹੋਣੀ ਬਹੁਤ ਨੈਸੈਸਰੀ, ਅਦਰਵਾਈਜ਼ ਇਸ ਤਰ੍ਹਾਂ ਦੀ ਟ੍ਰਾਂਜੈਕਸ਼ਨ ਨਾ ਹੋਵੇ ਜਿਹਨੂੰ ਆਪਾਂ ਡਿਫਲੈਕਟ ਨਹੀਂ ਕਰ ਸਕਦੇ। ਦੈਨ ਆ ਗਿਆ ਪ੍ਰੂਡੈਂਸ, ਕਿ ਬਿਜ਼ਨਸ ਦੇ ਵਿੱਚ ਬੇਟਾ ਹਰ ਸਮੇਂ ਪ੍ਰੋਫਿਟ ਨਹੀਂ ਹੋਗੇ, ਸਮ ਟਾਈਮਸ ਲਾਸਿਸ ਵੀ ਹੋਗੇ, ਕਿ ਹਰ ਵੇਲੇ ਪ੍ਰੋਫਿਟ ਨਹੀਂ ਹੋਗੇ, ਨਾਟ ਐਂਟੀਸਿਪੇਟ ਪ੍ਰੋਫਿਟ ਬਟ ਪ੍ਰੋਵਾਈਡ ਫॉर ਆਲ ਲਾਸਿਸ, ਕਿ ਬਿਜ਼ਨਸ ਦੇ ਵਿੱਚ ਪ੍ਰੋਫਿਟਸ ਨਹੀਂ ਹੁੰਦੇ, ਲਾਸਿਸ ਵੀ ਹੁੰਦੇ ਆ, ਉਸ ਪ੍ਰੋਫਿਟ ਨੂੰ ਰੈਵਨਿਊ ਦੇ ਨਾਲ ਕੀ ਕਰਨਾ, ਰੀਅਲਾਈਜ਼ ਕਰਨਾ। ਐਕਸਪੈਂਸ ਨੂੰ ਚੈੱਕ ਕਰਨਾ ਕਿ ਕਿੰਨੇ ਹੋਏ ਆ, revenues ਕਿੰਨੇ ਹੋਏ ਆ, ਕਿੰਨੀ ਟ੍ਰਾਂਜੈਕਸ਼ਨ ਪੋਸੀਬਲ ਹੈ। materiality, only material things are to be recorded in the books of account, that's a materiality, ਕਿ ਜੋ ਵੀ ਕੋਈ ਆਈਟਮ ਨੂੰ ਰਿਕਾਰਡ ਕਰਨਾ, ਇੰਪੋਰਟੈਂਸ ਦੇਖਣੀ, ਉਸ ਟ੍ਰਾਂਜੈਕਸ਼ਨ ਦੀ ਇੰਪੋਰਟੈਂਸ ਦੇਖਣੀ ਆਈਟਮ ਦੀ, ਇਵੈਂਟ ਦੀ, ਕਿ ਉਸ ਟ੍ਰਾਂਜੈਕਸ਼ਨ ਦਾ ਇਫੈਕਟ ਕੀ ਪਿਆ, ਉਹਨੂੰ ਟ੍ਰਾਂਜੈਕਸ਼ਨ ਨੂੰ ਆਪਾਂ ਕਿਸ ਤਰੀਕੇ ਨਾਲ ਰਿਕਾਰਡ ਕਰ ਸਕਦੇ ਆ ਬੁੱਕਸ ਦੇ ਵਿੱਚ, ਕਿ ਉਹਦੇ ਵਿੱਚ ਓਮਿਸ਼ਨਸ ਕੀ ਹੈਗੀਆਂ, ਮਿਸ ਸਟੇਟਮੈਂਟ ਕੀ ਹੈ, ਇਫੈਕਟ ਕੀ ਹੈਗੇ ਆ, ਸਰਕਮਸਟੈਂਸਿਸ ਕੀ ਹੈਗੇ ਆ, ਉਸ ਟ੍ਰਾਂਜੈਕਸ਼ਨ ਦਾ ਇਫੈਕਟ ਕੀ ਪੈ ਰਿਹਾ ਵਾ, और correctness और inclusion बारे चेक करना कि material things are to be recorded in the books of account, not material. Then next one is objectivity, कि transaction ਜਿਹੜੀ ਵੀ ਕਨਵੈਨਸ਼ਨ, ਇਨਫੋਰਮੇਸ਼ਨ, ਰਿਪੋਰਟ ਵਗੈਰਾ ਵਾ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਅਨਬਾਇਸਡ ਹੋਣੀ ਚਾਹੀਦੀ ਹੈ, ਉਹਦਾ ਕਿਸੇ ਨਾਲ ਕੋਈ ਲਿੰਕ ਨਹੀਂ। ਰਿਸਰਚ ਕਰਨੀ, ਫੈਕਟਸ ਨੂੰ ਪ੍ਰੋਪਰਲੀ ਕਲੀਅਰ ਕਰਨਾ ਕਿ ਜੋ ਵੀ ਆਪਾਂ ਬੇਟਾ ਟ੍ਰਾਂਜੈਕਸ਼ਨ ਕਰਦੇ ਹਾਂ ਉਹਦਾ ਰਿਕਾਰਡ ਕਰਨ ਦਾ ਆਬਜੈਕਟਿਵ ਕੀ ਹੈ, ਕਿਸ ਪਰਪਸ ਨਾਲ ਉਹਨੂੰ ਆਪਾਂ ਰਿਕਾਰਡ ਕਰਦੇ ਪਏ। ਆਬਜੈਕਟਿਵ ਕਹਿੰਦਾ ਬਿਲਕੁਲ ਫਾਈਨੈਂਸ਼ੀਅਲ ਸਟੇਟਮੈਂਟ ਰਿਲਾਇਬਲ ਹੋਣੀ ਚਾਹੀਏ, ਬਾਇਸਨੈਸ ਨਹੀਂ ਹੋਣੀ ਚਾਹੀਦੀ। ਉਹਦਾ ਮੇਨ ਮੋਟਿਵ ਕੀ ਹੈਗਾ ਵਾ, ਉਸ ਟ੍ਰਾਂਜੈਕਸ਼ਨ ਦਾ ਬਿਜ਼ਨਸ ਤੇ ਕੀ ਇਫੈਕਟ ਪਿਆ, ਉਹਦੀ ਫੀਡਬੈਕ ਸਾਈਡ ਤੇ, ਉਹਦੀ ਐਕੂਰੇਸੀ, ਉਹਦੀ ਫੇਵਰੇਬਲ ਅਨਫੇਵਰੇਬਲ ਓਪੋਜੀਸ਼ਨ ਨੂੰ ਸਾਈਡ ਬਾਈ ਸਾਈਡ ਕੀ ਕਰਦੇ ਰਹਿਣਾ, ਚੈੱਕ ਕਰਦੇ ਰਹਿਣਾ ਕਿ ਉਸ ਟ੍ਰਾਂਜੈਕਸ਼ਨ ਦਾ ਸਾਡਾ ਲਿੰਕ ਕੀ ਹੈ, ਉਹ ਸਾਡੇ ਲਈ ਕਿੰਨੀ ਕੁ ਰਿਲਾਇਬਲ ਹੈ, ਉਸ ਕਨਵੈਨਸ਼ਨ ਦਾ ਬੈਨੀਫਿਟ ਕਿੰਨਾ ਹੋਊਗਾ ਇਨਵੈਸਟਰ ਵਾਸਤੇ, ਕ੍ਰੈਡੀਟਰ ਵਾਸਤੇ, ਸ਼ੇਅਰ ਹੋਲਡਰਸ ਵਾਸਤੇ, ਕਿ ਓਬਜੈਕਟਿਵ ਕੀ ਆ ਉਸ ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਨ ਦਾ। ਸੋ ਬੇਟਾ ਇਹ ਆਪਣੇ ਕੀ ਸੀਗੇ ਕੰਸੈਪਟਸ, ਕਨਵੈਨਸ਼ਨਸ, ਤੇ ਦੈਨ ਉਸ ਤੋਂ ਬਾਅਦ ਇਸ ਟ੍ਰਾਂਜੈਕਸ਼ਨ ਨੂੰ ਡਿਫਰੈਂਟ ਨੂੰ ਰਿਕਾਰਡ ਕਰਨ ਦੇ ਕੀ ਸੀਗੀਆਂ ਅਜ਼ੰਪਸ਼ਨਸ, ਅਜ਼ੰਪਸ਼ਨ, ਕਨਸੈਪਟਸ, ਕਨਵੈਨਸ਼ਨਸ। ਸੋ ਬੇਟਾ ਧਿਆਨ, ਕਨਫਿਊਜ਼ਨ ਨਹੀਂ ਹੋਣੀ, ਅਜ਼ੰਪਸ਼ਨਸ ਅਲੱਗ ਸੀ। ਅਜ਼ੰਪਸ਼ਨ ਆਪਾਂ ਰਿਜ਼ਿਊਮ ਕਰਦੇ ਕਿ ਬਿਜ਼ਨਸ ਦੇ ਵਿੱਚ ਫੋਲੋਇੰਗ ਅਕਾਊਂਟਿੰਗ ਸਿਸਟਮ ਦੇ ਵਿੱਚ ਕੁਝ ਗੱਲਾਂ ਰਿਕਾਰਡ ਕੀਤੀਆਂ ਜਾਂਦੀਆਂ, ਉਹਨਾਂ ਦਾ ਕੀ ਇਫੈਕਟ ਪੈਂਦਾ। ਦੈਨ ਇਸ ਤੋਂ ਬਾਅਦ ਕੀ ਸੀਗੀਆਂ ਅਜ਼ੰਪਸ਼ਨਸ।
ਅਜ਼ੰਪਸ਼ਨਸ ਤੋਂ ਬਾਅਦ ਕਨਸੈਪਟਸ, ਡਿਫਰੈਂਟ ਕਨਸੈਪਟ ਸੀਗੇ ਕਿ ਜਦੋਂ ਆਪਾਂ ਅਕਾਊਂਟਿੰਗ ਸਿਸਟਮ ਰਿਕਾਰਡ ਕਰਦੇ, ਟ੍ਰਾਂਜੈਕਸ਼ਨ ਨੂੰ ਰਿਕਾਰਡ ਕਰਦੇ ਆ, ਉਸ ਅਕਾਊਂਟਿੰਗ ਕਨਸੈਪਟਸ ਦਾ ਸਾਡੇ ਬਿਜ਼ਨਸ ਦੇ ਉੱਪਰ ਕੀ ਇਫੈਕਟ ਪੈਂਦਾ। ਐਂਡ ਕਨਵੈਨਸ਼ਨਸ ਆਲਸੋ ਐਸਟੈਬਲਿਸ਼ ਯੂਜ਼ਸ ਵਿਚ ਡਿਫਾਈਨ ਔਨ ਦਾ ਬੇਸਿਸ ਲੌਜਿਕ, what are the logic behind on that assumptions as well as consumptions. So I hope all are you understand. Thanks and have a nice day.